ਰਾਗ ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ। ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਜਬ ਦੇਖਾਂ ਤਬ ਗਾਵਾ ਤੋ ਜਨ ਧੀਰਜ ਪਾਵਾ। ਨਾਦ ਸੁਮਾਇਲੋ ਰੇ ਸਤਿਗੁਰ ਭੇਟ ਲੈ ਦੇਵਾ ਰਹਾਉ। ਜੈ ਝਿਲ ਮਿਲ ਕਾਰ ਦਿਸੰਤਾ ਤਹ ਅਨਹਦ ਸ਼ਬਦ ਬਜੰਤਾ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ ਚਮਕਾਰ ਬਿਜਲ ਤਹੀ। ਨੇਰੇ ਨਾਹੀ ਦੂਰ ਨਿਜ ਆਤਮੈ ਰਿਆ ਭਰਪੂਰ। ਜੈ ਅਨਹਦ ਸੂਰ ਉਜਾਰਾ ਤੈ ਦੀਪਕ ਜਲੈ ਛੰਛਾਰਾ। ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਜਬ ਦੇਖਾ ਤਬ ਗਾਵਾ ਤੋ ਜਨ ਧੀਰਜ ਪਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਨਿਰਗੁਣ ਤੇ ਸਰਗੁਣ ਥੀਆ ਉਸ ਨਿਰਾਕਾਰ ਬ੍ਰਹਮ ਨੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ 10 ਜਾਮੇ ਧਾਰਨ ਕੀਤੇ ਔਰ ਉਹਨਾਂ 10 ਜਾਮਿਆਂ ਦੇ ਅੰਦਰ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਪਾਵਨ ਅੰਮ੍ਰਿਤ ਰੂਪ ਅਮੋਲਕ ਬਾਣੀ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਦਿੱਤਾ ਹੈ। ਇਹ ਐਸਾ ਖਜ਼ਾਨਾ ਹੈ ਜਿੰਨਾ ਮਰਜੀ ਇਸ ਨੂੰ ਵਰਤ ਲਈਏ ਖਰਚ ਲਈਏ ਇਹ ਕਦੀ ਮੁੱਕਦਾ ਨਹੀਂ ਹੈ। ਇਹੋ ਤਨ ਆਖੁੱਟ ਨਾ ਨਖੁੱਟੈ ਨਾ ਜਾਏ। ਪੂਰਾ ਸਤਿਗੁਰ ਦੀਆ ਦਿਖਾਏ। ਸੋ ਆਪ ਸੰਗਤਾਂ ਉਸ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਸੋਰਠ ਰਾਗ ਦੀ ਭਗਤ ਬਾਣੀ ਦੇ ਅੰਦਰ ਕਥਾ ਚੱਲ ਰਹੀ ਹੈ। ਪਿੱਛੇ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਸਮਾਪਤ ਹੋਏ ਹਨ। ਹੁਣ ਅੱਗੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ। ਇੱਥੇ ਨਾਮ ਦੇ ਦੇਵਨੀ ਦੇ ਹੀ ਲਿਖਿਆ ਹੈ। ਇਹ ਸਤਿਗੁਰੂ ਦੀ ਆਪਣੀ ਮੌਜ ਹੈ। ਦੇ ਦਾ ਅਰਥ ਵੀ ਦੇਵੀ ਹੈ। ਰਾਗ ਸੋਰਠ ਬਾਣੀ। ਰਾਗ ਸੋਰਠ ਸੋਰਠ ਰਾਗ ਦਾ ਨਾਮ ਹੈ ਅਤੇ ਬਾਣੀ ਭਗਤ ਨਾਮਦੇਵ ਜੀ ਕੀ। ਬਾਣੀ ਭਗਤ ਨਾਮਦੇਵ ਜੀ ਦੀ ਆਰੰਭ ਹੋ ਰਹੀ ਹੈ। ਕਰ ਦੂਜਾ ਦੂਜੇ ਕਰ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕਰਦੇ ਹਨ।
ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਰਹਿਮਤ ਨਾਲ ਮਿਲਦਾ ਹੈ। ਹੁਣ ਅੱਗੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਸਤਿਗੁਰੂ ਨੂੰ ਮਿਲ ਕੇ ਜੋ ਜੋ ਆਤਮਕ ਲਾਭ ਹੋਏ ਹਨ ਉਹਨਾਂ ਦਾ ਜ਼ਿਕਰ ਕਰਨ ਲੱਗੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। जब देखा तब गावा तो जन धीरज पावा, नाद समाइलो रे सतगुर भेट ले देवा रहाओ। ਇਹ ਹਨ ਇਸ ਸ਼ਬਦ ਦੀਆਂ ਸਿਧਾਂਤ ਰੂਪ ਪੰਕਤੀਆਂ। ਇਹਨਾਂ ਦਾ ਅਨਵੇਂ ਕਰਕੇ ਅਰਥ ਲੱਗੇਗਾ। ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਸਤਿਗੁਰ ਭੇਟ ਲੈ ਦੇਵਾ। ਦੀਵਾ ਦਾ ਅਰਥ ਹੈ ਪੂਜਨੀਕ, ਦੀਵਾ ਦਾ ਅਰਥ ਹੈ ਪ੍ਰਕਾਸ਼ ਰੂਪ। ਸਤਿਗੁਰ ਭੇਟ ਲੈ, ਸਾਨੂੰ ਦੀਵਾ ਪੂਜਨੀਕ ਤੇ ਪ੍ਰਕਾਸ਼ ਰੂਪ ਸਤਿਗੁਰੂ ਮਿਲੇ। ਸਤਿਗੁਰੂ ਦੇ ਨਾਲ ਮਿਲ ਕੇ ਕੀ ਤੁਹਾਨੂੰ ਲਾਭ ਹੋਇਆ? ਨਾਦ ਸਮਾਇ ਲੋ ਰੇ, ਭਗਤ ਨਾਮਦੇਵ ਜੀ ਕਹਿੰਦੇ ਨੇ, ਹੁਣ ਗੁਰੂ ਕੇ ਨਾਦ ਸ਼ਬਦ ਵਿੱਚ ਸਾਡਾ ਮਨ ਲੀਨ ਹੋ ਗਿਆ ਹੈ। ਸਾਨੂੰ ਪੂਜਨੀਕ ਪ੍ਰਕਾਸ਼ ਰੂਪ ਸਤਿਗੁਰੂ ਮਿਲੇ ਔਰ ਉਹਨਾਂ ਦੀ ਕਿਰਪਾ ਨਾਲ ਗੁਰੂ ਕੇ ਸ਼ਬਦ ਵਿੱਚ ਸਾਡਾ ਮਨ ਲੀਨ ਹੋ ਗਿਆ ਹੈ। ਜਦੋਂ ਗੁਰੂ ਸ਼ਬਦ ਵਿੱਚ ਮਨ ਲੀਨ ਹੋਇਆ ਫਿਰ ਕੀ ਹੋਇਆ? ਜਬ ਦੇਖਾ, ਫਿਰ ਉਸ ਆਤਮਾ ਤੇ ਪਰਮਾਤਮਾ ਦੇ ਵਾਹਿਗੁਰੂ ਦੀ ਜੋਤ ਦੇ ਦੀਦਾਰ ਹੋ ਗਏ। ਜਬ ਦੇਖਾ, ਤੇ ਜਦੋਂ ਮੈਂ ਉਸ ਪਰਮਾਤਮਾ ਨੂੰ ਜੋਤੀ ਰੂਪ ਦੇ ਅੰਦਰ ਆਪਣੇ ਅੰਦਰ ਵੇਖਿਆ, ਤਬ ਗਾਵਾ, ਫਿਰ ਮੈਂ ਉਹਦੇ ਜਸ ਨੂੰ ਗਾਇਆ। ਇੱਕ ਤਾਂ ਹੁੰਦਾ ਨਾ ਬਿਨਾਂ ਦੇਖੇ ਤੋਂ ਕਿਸੇ ਦੀ ਗੱਲ ਕਰੀਏ, ਉਹ ਗੱਲ ਕਈ ਵਾਰੀ ਗਲਤ ਵੀ ਹੋ ਸਕਦੀ ਹੈ, ਪਰ ਮਹਾਂਪੁਰਖਾਂ ਦਾ ਇਹ ਇੱਕ ਆਦਰਸ਼ ਹੁੰਦਾ ਹੈ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿ ਜੋ ਪੇਖਹਿ ਆਖੀ। ਮਹਾਂਪੁਰਖ ਜਿਹੜੀ ਗੱਲ ਅੱਖੀਂ ਦੇਖਦੇ ਹਨ ਔਰ ਉਹੀ ਗੱਲ ਆਪਣੇ ਮੁਖੋਂ ਉਚਾਰਨ ਕਰਦੇ ਹਨ। ਸੁਣੀ ਸੁਣਾਈ ਝੂਠ ਵੀ ਹੋ ਸਕਦੀ ਹੈ, ਪਰ ਅੱਖੀਂ ਦੇਖੀ ਚੀਜ਼ ਕਦੇ ਝੂਠ ਨਹੀਂ ਹੁੰਦੀ। ਇਸੇ ਲਈ ਭਗਤ ਨਾਮਦੇਵ ਜੀ ਫਰਮਾਉਂਦੇ ਹਨ, ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਉਸ ਪਰਮਾਤਮਾ ਨੂੰ ਦਿਖਿਆ, ਤਬ ਗਾਵਾ, ਫਿਰ ਮੈਂ ਉਹਦੇ ਜਸ ਨੂੰ ਗਾਇਆ। ਤਉ ਜਨ ਧੀਰਜ ਪਾਵਾ, ਫਿਰ ਮੈਂ ਜਨ ਦਾਸ ਨੇ ਧੀਰਜ ਨੂੰ ਵੀ ਪ੍ਰਾਪਤ ਕਰ ਲਿਆ। ਭਾਵ ਮੇਰਾ ਮਨ ਐਨ ਸ਼ਾਂਤ ਤੇ ਅਡੋਲ ਹੋ ਗਿਆ, ਕਿਉਂਕਿ ਜਦੋਂ ਪਰਮਾਤਮਾ ਦੇ ਇੱਕ ਵਾਰੀ ਦੀਦਾਰ ਹੋ ਜਾਂਦੇ ਹਨ ਫੇਰ ਹੀ ਮਨ ਅਡੋਲ ਹੁੰਦਾ ਹੈ। ਜੇ ਅਸੀਂ ਉਸ ਪਰਮਾਤਮਾ ਨੂੰ ਵੇਖਿਆ ਨਹੀਂ ਫੇਰ ਮਨ ਧੀਰਜ ਨਹੀਂ ਪ੍ਰਾਪਤ ਕਰ ਸਕਦਾ, ਮਨ ਭਟਕਦਾ ਰਹਿੰਦਾ। ਇਸੇ ਲਈ ਭਗਤ ਨਾਮਦੇਵ ਜੀ ਆਖਦੇ ਹਨ ਬਈ ਸਾਨੂੰ ਸਤਿਗੁਰੂ ਮਿਲੇ ਨੇ ਤੇ ਸਤਿਗੁਰੂ ਦੇ ਨਾਲ ਮਿਲ ਕੇ ਸਾਨੂੰ ਇਹ ਸਾਰੇ ਆਤਮਕ ਲਾਭ ਪ੍ਰਾਪਤ ਹੋਏ ਹਨ। ਜਹ ਝਿਲਮਿਲ ਕਾਰ ਦਿਸੰਤਾ, ਤੈ ਅਨਹਦ ਸ਼ਬਦ ਭਜੰਤਾ। ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ ਬਈ ਜਿੱਥੇ ਉਸ ਪਰਮਾਤਮਾ ਦੇ ਦੀਦਾਰ ਹੋਏ ਹਨ, ਉਸ ਅਵਸਥਾ ਦੇ ਉੱਤੇ ਕਿਸ ਕਿਸ ਚੀਜ਼ਾਂ ਦਾ ਅਨੁਭਵ ਹੁੰਦਾ ਹੈ। ਲੋ ਹੁਣ ਉਹਨਾਂ ਦੇ ਬਾਰੇ ਭਗਤ ਜੀ ਅੱਗੇ ਕੁਝ ਸਾਨੂੰ ਚਾਨਣਾ ਪਾ ਰਹੇ ਹਨ। ਜਹ ਝਿਲਮਿਲ ਕਾਰ ਦਿਸੰਤਾ, ਜਿੱਥੇ ਝਿਲਮਿਲ ਕਾਰ ਦਾ ਅਰਥ ਹੈ ਐਨ ਬੱਝਵਾਂ ਇੱਕ ਰਸ ਜਗਮਗ ਜਗਮਗ ਕਰਦਾ ਹੋਇਆ ਉਹ ਪ੍ਰਕਾਸ਼ ਦਿਸਦਾ ਹੈ। ਭਾਵ ਇੱਕ ਤਾਂ ਕੁਝ ਦੁਨਿਆਵੀ ਵੀ ਚਾਨਣ ਨੇ, ਜਿਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ
ਖਟ ਜੋਤੀਆਂ ਮੰਨੀਆਂ। ਖਟ ਕਹਿੰਦੇ ਨੇ 6 ਨੂੰ, ਔਰ ਉਹਨਾਂ ਦੇ ਵਿੱਚ ਸੂਰਜ ਵੀ ਹੈ, ਚੰਦਰਮਾ ਵੀ ਹੈ, ਤਾਰੇ ਵੀ ਹਨ, ਅਸਮਾਨੀ ਬਿਜਲੀ ਵੀ ਹੈ ਅਤੇ ਅਗਨੀ ਵੀ ਹੈ। ਬੁੱਧੀ ਜਾਂ ਬਾਣੀ ਨੂੰ ਵੀ ਇੱਕ ਜੋਤੀ ਮੰਨੇ। ਇਹ ਤੇ ਦੁਨਿਆਵੀ ਖਟ ਜੋਤੀਆਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ, ਪਰ ਉਹ ਜਿਹੜਾ ਪ੍ਰਕਾਸ਼ ਹੈ ਨਾ, ਜਿੱਥੇ ਪਰਮਾਤਮਾ ਹੈ, ਔਰ ਉੱਥੋਂ ਦੀ ਗੱਲ ਭਗਤ ਜੀ ਕਰਦੇ ਨੇ। ਝਿਲਮਿਲ ਝਿਲਕੈ ਚੰਦ ਨ ਤਾਰਾ, ਸੂਰਜ ਕਿਰਨ ਨ ਬਿਜਲ ਕੈ ਨਾਰਾ, ਅਕਥੀ ਕਥੋਂ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਭਾਏਂਦਾ। ਉਹ ਐਸਾ ਪ੍ਰਕਾਸ਼ ਹੈ ਜਿਸ ਵਰਗਾ ਹੋਰ ਕੋਈ ਦੁਨੀਆ ਦੇ ਵਿੱਚ ਪ੍ਰਕਾਸ਼ ਨਹੀਂ ਹੋ ਸਕਦਾ। ਜਿੱਥੇ ਝਿਲਮਿਲ ਝਿਲਮਿਲ ਕਾਰ ਜਗਮਗ ਜਗਮਗ ਕਰਨ ਵਾਲਾ ਇੱਕ ਰਸ ਚਾਨਣ ਤੇ ਨੂਰ ਦਿਖਾਈ ਦਿੰਦਾ ਹੈ, ਉੱਥੇ ਹੋਰ ਕੀ ਹੈ? ਤੈ ਅਨਹਦ ਸ਼ਬਦ ਵਜੰਤਾ, ਉੱਥੇ ਅਨਹਦ ਸ਼ਬਦ ਵੀ ਵੱਜਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਆਤਮਿਕ ਅਡੋਲ ਅਵਸਥਾ ਹੈ, ਜਿੱਥੇ ਵਾਹਿਗੁਰੂ ਦੇ ਦੀਦਾਰ ਹੁੰਦੇ ਹਨ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ ਹੈ, ਤੇ ਨਾਲ ਹੀ ਉਸਦੇ ਅਜੱਪਾ ਜਾਪ ਰੂਪ ਸ਼ਬਦ ਵੀ ਉੱਥੇ ਪ੍ਰਗਟ ਹੁੰਦਾ ਹੈ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੀ ਹੁਣ ਜੋਤ ਆਤਮਾ ਉਸ ਪਰਮ ਜੋਤ ਅਕਾਲ ਪੁਰਖ ਵਿੱਚ ਅਭੇਦ ਹੋ ਗਈ ਹੈ। ਇਹ ਅਵਸਥਾ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਜਿਹੜੀ ਕੇਵਲ ਮੁਕਤੀ ਦੀ ਅਵਸਥਾ ਹੈ, ਮੈਂ ਗੁਰ ਪ੍ਰਸਾਦੀ ਜਾਣੀ, ਮੈਂ ਗੁਰੂ ਦੀ ਕਿਰਪਾ ਨਾਲ ਜਾਣੀ ਹੈ। ਭਗਤ ਨਾਮਦੇਵ ਜੀ, ਇਹ ਵੀ ਭਗਤ ਕਬੀਰ ਜੀ ਦੇ ਹੋਰ ਭਗਤਾਂ ਦੇ ਸਮਕਾਲੀ ਸਨ, ਤੇ ਇਹਨਾਂ ਨੇ ਵੀ ਮੁੱਢਲੀ ਸਿੱਖਿਆ ਤੇ ਉਪਦੇਸ਼ ਸਵਾਮੀ ਰਾਮਾਨੰਦ ਜੀ ਤੋਂ ਹੀ ਪ੍ਰਾਪਤ ਕੀਤਾ ਸੀ। ਫਿਰ ਇਹਨਾਂ ਸਾਰੇ ਭਗਤਾਂ ਦਾ ਮਿਲਾਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਹੋਇਆ। ਜਦੋਂ ਸਤਿਗੁਰੂ ਕਾਂਸ਼ੀ ਵਿੱਚ ਗਏ, ਭਗਤ ਕਬੀਰ ਤੇ ਹੋਰ ਸਾਰੇ ਭਗਤ ਸਤਿਗੁਰੂ ਨੂੰ ਮਿਲੇ, ਆਪਸ ਵਿੱਚ ਵਿਚਾਰਾਂ ਹੋਈਆਂ, ਬਾਣੀ ਦਾ ਆਦਾਨ ਪ੍ਰਦਾਨ ਵੀ ਹੋਇਆ। ਪਹਿਲਾਂ ਇਹ ਭਗਤ ਸਰਗੁਣ ਦੇ ਉਪਾਸ਼ਕ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਿਹਰ ਨਾਲ ਇਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ। ਇਸੇ ਲਈ ਭਗਤ ਜੀ ਆਖਰੇ ਨੇ, ਮੈਂ ਗੁਰ ਪ੍ਰਸਾਦੀ ਜਾਣੀ, ਮੈਂ ਗੁਰੂ ਦੀ ਕਿਰਪਾ ਦੁਆਰਾ ਇਹ ਅਵਸਥਾ ਜਾਣੀ ਹੈ, ਅਨੁਭਵ ਕੀਤੀ ਹੈ। ਰਤਨ ਕਮਲ ਕੋਠਰੀ ਚਮਕਾਰ ਬਿਜੁਲ ਤਹੀ। ਲੋ ਹੋਰ ਉਹਦੀਆਂ ਕੀ ਨਿਸ਼ਾਨੀਆਂ ਨੇ ਜਿਹੜੀ ਆਤਮਿਕ ਅਵਸਥਾ ਹੈ? ਤਾਂ ਭਗਤ ਜੀ ਕਹਿੰਦੇ ਨੇ, ਰਤਨ ਕਮਲ ਕੋਠਰੀ। ਉੱਥੇ ਹਿਰਦਾ ਰੂਪੀ ਕਮਲ ਇੱਕ ਕੋਠੜੀ ਹੈ, ਉਸ ਕੋਠੜੀ ਦੇ ਵਿੱਚ ਰਤਨ ਨੇ। ਉਹ ਰਤਨ ਕਿਹੜੇ ਨੇ? ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ। ਜਿਹੜੇ ਦੇਵੀ ਗੁਣ ਹਨ, ਜਿਵੇਂ ਵੈਰਾਗ ਹੈ, ਪ੍ਰੇਮ ਹੈ, ਇਹ ਮਾਨੋ ਉਸ ਕੋਠੜੀ ਦੇ ਵਿੱਚ ਰਤਨ ਹਨ। ਚਮਕਾਰ ਬੀਜਲ ਤਹੀਂ, ਤੇ ਨਾਲ ਹੀ ਭਗਤ ਜੀ ਕਹਿੰਦੇ ਨੇ, ਉਸ ਅਵਸਥਾ ਦੇ ਵਿੱਚ ਜਿਵੇਂ ਅਸਮਾਨੀ ਬਿਜਲੀ ਦਾ ਲਿਸ਼ਕਾਰਾ ਵੱਜਦਾ, ਇਸ ਤਰ੍ਹਾਂ ਕਦੇ ਕਦੇ ਉਸ ਵਾਹਿਗੁਰੂ ਦੀ ਜੋਤ ਦਾ ਜਲਵਾ ਵੀ ਦੇਖਣ ਨੂੰ ਮਿਲਦਾ ਹੈ। ਨੇਰੇ ਨਾਹੀ ਦੂਰ ਨਿਜ ਆਤਮੈ ਰਿਹਾ ਭਰਪੂਰ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਉਹ ਨੇੜੇ ਹੈ, ਨਾ ਹੀ ਦੂਰ। ਉੱਥੇ ਦੂਰ ਨਹੀਂ ਪ੍ਰਤੀਤ ਹੁੰਦਾ। ਉਹ ਅਕਾਲ ਪੁਰਖ ਵਾਹਿਗੁਰੂ ਨੇੜੇ ਦਿਸਦਾ ਹੈ, ਕਦੀ ਦੂਰ ਨਹੀਂ ਨਜ਼ਰ ਆਉਂਦਾ। ਕਿਉਂ? ਨਿਜ ਆਤਮੈ ਰਹਿਆ ਭਰਪੂਰ। ਉਹ ਆਪਣੇ ਆਪੇ ਦੇ ਵਿੱਚ ਹੀ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ, ਕਿਉਂਕਿ ਆਪਣੇ ਆਪੇ ਦੇ ਵਿੱਚ ਹੀ ਤੇ ਪਰਮਾਤਮਾ ਵਸ ਰਿਹਾ ਹੈ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਉਹ ਆਤਮਾ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ। ਦੂਜਾ ਇਹਦਾ ਭਾਵ ਇਹ ਵੀ ਹੈ, ਨੇਰਾ ਨਾਹੀਂ ਦੂਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਵੀ ਉਹ ਨੇੜੇ ਹੈ ਜਾਂ ਦੂਰ ਹੈ, ਇਹ ਕਹਿਣਾ ਨਹੀਂ ਬਣਦਾ।
ਕਿਉ ਨਿਜ ਆਤਮੈ ਰਹਿਆ ਭਰਪੂਰ। ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪੇ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਜਦੋਂ ਹੈ ਹੀ ਸਾਡਾ ਆਪਣਾ ਆਪ ਰੂਪ, ਉਹਨੂੰ ਕਦੇ ਨੇੜੇ ਕਦੇ ਦੂਰ ਵੀ ਨਹੀਂ ਕਿਹਾ ਜਾ ਸਕਦਾ। ਜਹ ਅਨਹਦ ਸੂਰਿ ਉਜਾਰਾ ਤੈ ਦੀਪਕ ਜਲੈ ਛੰਛਾਰਾ। ਲੋ ਭਗਤ ਜੀ ਹੋਰ ਦੱਸਦੇ ਹਨ ਉਸ ਅਵਸਥਾ ਦੇ ਵਿੱਚ ਹੋਰ ਕੀ ਦਿਖਾਈ ਦਿੰਦਾ ਹੈ। ਜਹ ਅਨਹਦ ਸੂਰ ਉਜਿਆਰਾ, ਉਹ ਥੱਲੇ ਅੱਧਾ ਜੀਆ ਹੈ, ਉਹਦਾ ਵੀ ਖਿਆਲ ਰੱਖਣਾ। ਗੁਰਬਾਣੀ ਵਿੱਚ ਕੁਛ ਐਸੇ ਪਦ ਚਿੰਨ੍ਹ ਵੀ ਆਉਂਦੇ ਹਨ ਜਿਨ੍ਹਾਂ ਦਾ ਉਚਾਰਨ ਥੋੜ੍ਹਾ ਜਿਹਾ ਵੱਖਰੇ ਰੂਪ ਦੇ ਵਿੱਚ ਕਰਨਾ ਪੈਂਦਾ ਹੈ। ਇਹ ਹੁਣ ਉਜਿਆਰਾ ਪਾਠ ਹੋਣਾ, ਕਿਉਂਕਿ ਥੱਲੇ ਉਹ ਯਕਸ਼ ਚਿੰਨ੍ਹ ਅੱਧਾ ਜੀਗੀ ਦਾ ਨਿਸ਼ਾਨ ਹੈ। ਜਹ ਅਨਹਦ ਸੂਰ ਉਜਿਆਰਾ, ਜਿੱਥੇ ਅਨਹਦ ਦਾ ਅਰਥ ਹੈ ਜਿਹੜਾ ਨਾਸ ਤੋਂ ਰਹਿਤ ਤੇ ਸੂਰਜ ਵਾਂਗੂ ਬਹੁਤ ਤੇਜ ਪ੍ਰਕਾਸ਼ ਵਾਲਾ ਅਕਾਲ ਪੁਰਖ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ ਨਮੋ ਸੂਰਜ ਸੂਰਜੇ। ਉਸ ਪਰਮਾਤਮਾ ਨੂੰ ਸੂਰਜਾਂ ਦਾ ਸੂਰਜ ਲਿਖਿਆ ਹੈ। ਜੈ ਅਨਹਦ ਸੂਰ ਉਜਿਆਰਾ, ਜਿੱਥੇ ਨਾਸ ਤੋਂ ਰਹਿਤ ਉਹ ਸੂਰਜਾਂ ਦੇ ਸੂਰਜ ਅਕਾਲ ਪੁਰਖ ਵਾਹਿਗੁਰੂ ਦਾ ਉਜਿਆਰਾ ਪ੍ਰਕਾਸ਼ ਜਲਵਾ ਦਿਖਾਈ ਦਿੰਦਾ ਹੈ। ਤਹ ਦੀਪਕ ਜਲੈ ਸੰਸਾਰਾ। ਹਾਜ਼ੂਰ ਕਹਿੰਦੇ ਉੱਥੇ ਗਿਆਨ ਦਾ ਦੀਵਾ ਬਲਦਾ ਹੈ। ਉਹ ਕੈਸਾ ਹੈ? ਸੰਸਾਰਾ। ਸਾਰ ਕਹਿੰਦੇ ਨੇ ਕਾਲਸ ਨੂੰ, ਤੇ ਸੰਗ ਦਾ ਅਰਥ ਹੈ ਰਹਿਤ, ਵੀ ਉਹ ਕਾਲਸ ਤੋਂ ਰਹਿਤ ਭਾਵ ਧੂਏ ਤੋਂ ਰਹਿਤ ਉਹ ਗਿਆਨ ਰੂਪੀ ਦੀਵਾ ਬਲਦਾ। ਕਿਉਂਕਿ ਉਸ ਸਮੇਂ ਮਿੱਟੀ ਦੇ ਤੇਲ ਦੇ ਦੀਵੇ ਜਾਂ ਸਰੋਂ ਦੇ ਤੇਲ ਦੇ ਦੀਵੇ ਹੀ ਬਲਦੇ ਸਨ, ਪਰ ਉਹ ਜਿਹੜਾ ਗਿਆਨ ਦਾ ਦੀਵਾ ਹੈ ਉਹ ਧੂਏ ਤੇ ਕਾਲਸ ਤੋਂ ਰਹਿਤ ਬਹੁਤ ਉੱਜਲ ਉੱਥੇ ਪ੍ਰਕਾਸ਼ਮਾਨ ਹੋ ਰਿਹਾ ਹੈ। ਕੁਛ ਵਿਦਵਾਨਾਂ ਨੇ ਸੰਸਾਰਾ ਦਾ ਅਰਥ ਮੱਧਮ ਵੀ ਕੀਤਾ, ਵੀ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਉਜਿਆਲਾ ਚਾਨਣ ਦਿਖਾਈ ਦਿੰਦਾ ਹੈ, ਤਹ ਦੀਪਕ ਜਲੈ ਸੰਸਾਰਾ, ਉੱਥੇ ਜਿਹੜੇ ਹੋਰ ਦੀਵੇ ਨੇ ਹੋਰ ਗਿਆਨ ਨੇ ਉਹ ਮੱਧਮ ਪੈ ਜਾਂਦੇ ਨੇ। ਕੁਛ ਇਉਂ ਵੀ ਵਿਦਵਾਨਾਂ ਨੇ ਇਹਦਾ ਅਰਥ ਕੀਤਾ, ਜਿਵੇਂ ਕਹਿੰਦੇ ਸੂਰਜ ਦੇ ਸਾਹਮਣੇ ਦੀਵਾ ਦਿਖਾਉਣ ਵਾਲੀ ਗੱਲ, ਇਹ ਅਕਸਰ ਮਿਸਾਲ ਦਿੱਤੀ ਜਾਂਦੀ ਹੈ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਸ ਤੋਂ ਰਹਿਤ ਤੇਜਮਈ ਪ੍ਰਕਾਸ਼ ਹੁੰਦਾ ਹੈ, ਉੱਥੇ ਹੋਰ ਜਿਹੜੇ ਦੀਵੇ ਨੇ ਉਹ ਮੱਧਮ ਹੋ ਕੇ ਜਗ ਸਕਦੇ ਨਹੀਂ, ਪਰ ਉਹਦੇ ਬਰਾਬਰ ਕੋਈ ਨਹੀਂ ਹੋਰ ਦਿਖਾਈ ਦਿੰਦਾ। ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਭਾਈ ਮੈਂ ਗੁਰੂ ਦੀ ਕਿਰਪਾ ਦੁਆਰਾ ਇਸ ਅਵਸਥਾ ਨੂੰ ਜਾਣਿਆ ਹੈ। ਜਨ ਨਾਮਾ ਸਹਿਜ ਸਮਾਨਿਆ। ਹੁਣ ਭਗਤ ਨਾਮਦੇਵ ਉਸ ਸਹਿਜ ਅਵਸਥਾ ਵਿੱਚ ਸਮਾਨਿਆ ਲੀਨ ਹੋ ਗਿਆ ਹੈ। ਇਹ ਸਾਰੀ ਗੁਰੂ ਦੀ ਮਿਹਰ ਹੀ ਹੋਈ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਉਹ ਆਤਮਕ ਅਡੋਲ ਅਵਸਥਾ ਤੁਰਿਆ ਪਦ ਵਿੱਚ ਇਹ ਭਗਤ ਨਾਮਦੇਵ ਲੀਨ ਹੋਇਆ ਹੈ। ਘਰ ਚੌਥਾ ਸੋਰਠ ਪਾੜ ਪੜੋਸਣ ਪੂਛ ਲੈ ਨਾਮਾ ਕਾ ਪਹਿਛਾਨ ਛਵਾਈ ਹੋ। ਲੋ ਭਗਤ ਨਾਮਦੇਵ ਜੀ ਜਦੋਂ ਦਿਨ ਰਾਤ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਲੀਨ ਰਹਿੰਦੇ, ਐਸੀ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋਈ। ਉਹਨਾਂ ਨੂੰ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਉਸ ਪਰਮਾਤਮਾ ਦੇ ਦੀਦਾਰ ਹੋਣ ਲੱਗੇ। ਇੱਕ ਸਮੇਂ ਦੀ ਵਾਰਤਾ ਹੈ, ਭਗਤ ਨਾਮਦੇਵ ਜੀ ਜਿਸ ਛੰਨ ਵਿੱਚ ਰਹਿੰਦੇ ਸਨ ਔਰ ਉਹ ਕੁਝ ਖਸਤਾ ਹੋ ਗਈ। ਭਗਤ ਨਾਮਦੇਵ ਜੀ ਦੀ ਮਾਤਾ ਕਹਿਣ ਲੱਗੀ ਕਿ ਐ ਨਾਮਦੇਵ, ਇਹ ਹੁਣ ਆਪਣੀ ਛੰਨ ਖਸਤਾ ਹੋ ਗਈ ਹੈ ਤੇ ਆਪਾਂ ਨੂੰ ਛੰਨ ਨਵੀਂ ਬਣਾਉਣੀ ਚਾਹੀਦੀ ਹੈ ਤੇ ਕੋਈ ਕਾਰੀਗਰ ਦਾ ਪਤਾ ਲਾਓ। ਭਗਤ ਨਾਮਦੇਵ ਜੀ ਹੁਣ ਵਾਹਿਗੁਰੂ ਦੇ ਭਜਨ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ। ਮਾਤਾ ਦੇ ਆਖਿਆਂ ਉਹ ਬਾਹਰੋਂ ਸਲਵਾੜ ਵੱਢਣ ਵਾਸਤੇ ਚਲੇ ਗਏ, ਕਿਉਂਕਿ ਉਹ ਜਿਹੜੀ ਛੰਨ ਤਿਆਰ ਹੁੰਦੀ ਸੀ ਉਹਦੇ ਵਿੱਚ ਉਹ ਸਲਵਾੜ ਕੱਖ ਕਾਨੇ ਉਹਨਾਂ ਨੂੰ ਹੀ ਕੱਟ ਕੇ ਤੇ ਫਿਰ ਉਹਨਾਂ ਦਾ ਛੱਪਰ ਜਿਹਾ ਬੰਨਿਆ ਜਾਂਦਾ ਸੀ। ਔਰ ਦੱਸਦੇ ਨੇ ਜਦੋਂ ਭਗਤ ਨਾਮਦੇਵ ਜੀ ਜਾ ਕੇ ਘਾਹ ਨੂੰ ਕੱਟਣ ਲੱਗੇ ਤਾਂ ਉਸ ਵੇਲੇ ਉਹਨਾਂ ਨੂੰ ਘਾਹ ਦੇ ਵਿੱਚੋਂ ਵੀ ਉਸ ਵਾਹਿਗੁਰੂ ਦੀ ਚੇਤਨ ਸੱਤਾ ਅਨੁਭਵ ਹੋਈ।
ਉਹਨਾਂ ਨੂੰ ਇਸ ਤਰ੍ਹਾਂ ਮਨ ਦੇ ਵਿੱਚ ਮਹਿਸੂਸ ਹੋਇਆ ਵੀ ਇਹਦੇ ਵਿੱਚ ਵੀ ਜਾਨ ਹੈ। ਜੇ ਅਸੀਂ ਇਹਨੂੰ ਵੱਢਦੇ ਹਾਂ, ਇਹਨੂੰ ਵੀ ਤਾਂ ਤਕਲੀਫ ਹੁੰਦੀ ਹੈ, ਕੁਝ ਨਾ ਕੁਝ ਇਸ ਨੂੰ ਦੁੱਖ ਅਨੁਭਵ ਹੁੰਦਾ ਹੈ। ਇਸ ਲਈ ਸਾਨੂੰ ਘਾਹ ਨਹੀਂ ਕੱਟਣਾ ਚਾਹੀਦਾ। ਬਸ ਫੇਰ ਕੀ ਸੀ, ਭਗਤ ਨਾਮਦੇਵ ਜੀ ਨੇ ਦਾਤਰੀ ਪਰੇ ਰੱਖ ਦਿੱਤੀ ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਬੈਠ ਗਏ। ਹੁਣ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਭਗਤ ਤਾਂ ਹੁਣ ਸਮਾਧੀ ਵਿੱਚ ਬੈਠ ਗਿਆ, ਹੁਣ ਇਹਨੂੰ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਤੇ ਹੁਣ ਇਹਦੀ ਸ਼ਾਨ ਮੈਨੂੰ ਹੀ ਬਣਾਉਣੀ ਪਵੇਗੀ। ਤਾਂ ਉਸ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਬੇੜੀ ਦਾ, ਇੱਕ ਤਰਖਾਣ ਕਾਰੀਗਰ ਦਾ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਦੇ ਘਰ ਚਲੇ ਗਏ ਤੇ ਉੱਥੇ ਜਾ ਕੇ ਐਸੀ ਸੋਹਣੀ ਛੰਨ ਬੰਨ੍ਹ ਦਿੱਤੀ ਜਿਸ ਨੂੰ ਵੇਖ ਵੇਖ ਕੇ ਲੋਕ ਹੈਰਾਨ ਹੋਣ ਲੱਗੇ। ਤੇ ਜਦੋਂ ਭਗਤ ਨਾਮਦੇਵ ਜੀ ਘਰ ਆਏ, ਕੀ ਵੇਖਦੇ ਨੇ, ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਛੰਨ ਤਿਆਰ ਹੈ। ਭਗਤ ਨਾਮਦੇਵ ਜੀ ਦੀ ਮਾਤਾ ਤੇ ਸਮਝ ਰਹੀ ਸੀ ਕਿ ਮੇਰੇ ਪੁੱਤਰ ਨੇ ਕਾਰੀਗਰ ਨੂੰ ਘੱਲਿਆ ਹੈ ਔਰ ਉਹਨੇ ਸਾਰਾ ਛੰਨ ਦਾ ਸਾਜੋ ਸਾਮਾਨ ਵੀ ਤਿਆਰ ਕਰਕੇ ਭੇਜਿਆ ਹੈ। ਪਰ ਉਹਨੂੰ ਕੀ ਪਤਾ ਸੀ ਕਿ ਇਹ ਸਾਰਾ ਕੌਤਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ। ਜਦੋਂ ਭਗਤ ਨਾਮਦੇਵ ਜੀ ਆਏ ਤੇ ਆਪਣੀ ਛੰਨ ਵੇਖ ਕੇ ਬੜੇ ਹੈਰਾਨ ਹੋਏ। ਭਗਤ ਜੀ ਦੇ ਪੜੋਸ ਦੇ ਵਿੱਚ ਇੱਕ ਹੋਰ ਕੋਈ ਗੁਆਂਢਣ ਰਹਿੰਦੀ ਸੀ ਤੇ ਜਦੋਂ ਉਹਨੇ ਆ ਕੇ ਭਗਤ ਨਾਮਦੇਵ ਜੀ ਦੀ ਛੰਨ ਵੇਖੀ, ਬੜੀ ਹੈਰਾਨ ਹੋਈ ਔਰ ਉਸਨੇ ਕੁਛ ਭਗਤ ਜੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਔਰ ਉਹਨਾਂ ਦਾ ਇਸ ਪਵਿੱਤਰ ਸ਼ਬਦ ਵਿੱਚ ਅੰਕਿਤ ਹੈ। ਤੇ ਇਹ ਜਿਹੜੀ ਗੁਆਂਢਣ ਸੀ, ਇਹਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਭਗਤ ਜੀ ਤੁਸੀਂ ਕਿਸ ਕਾਰੀਗਰ ਤੋਂ ਇਹ ਆਪਣੀ ਛਪਰੀ ਬਣਾਈ ਹੈ, ਮੈਨੂੰ ਉਹਦੇ ਬਾਰੇ ਦੱਸੋ। ਤਾਂ ਭਗਤ ਨਾਮਦੇਵ ਜੀ ਨੇ ਉਸ ਨੂੰ ਸੰਬੋਧਨ ਕਰਕੇ ਇਹ ਬਚਨ ਆਖੇ, ਰੀ ਬਾਈ ਬੇੜੀ ਦੇਣ ਨਾ ਜਾਈ। ਰੀ ਬਾਈ, ਬਾਈ ਇਸਤਰੀ ਨੂੰ ਕਹਿੰਦੇ ਨੇ। ਉਧਰ ਬਨਾਰਸ ਦੇ ਇਲਾਕੇ ਵਿੱਚ ਤੇ ਉਧਰ ਮੱਧ ਪ੍ਰਦੇਸ਼ ਦੇ ਵਿੱਚ ਵੀ ਬਾਈ ਇਸਤਰੀ ਨੂੰ ਕਹਿੰਦੇ ਨੇ। ਆਪਣੇ ਇੱਧਰ ਮਾਲਵੇ ਵਿੱਚ ਬਾਈ ਵੱਡੇ ਭਰਾ ਨੂੰ ਕਹਿੰਦੇ ਨੇ। ਰੀ ਬਾਈ ਬੇੜੀ ਦੇਣ ਨਾ ਜਾਈ। ਭਗਤ ਨਾਮਦੇਵ ਜੀ ਕਹਿਣ ਲੱਗੇ, ਰੀ ਬਾਈ ਹੀ ਇਸਤਰੀ, ਉਹ ਜਿਹੜਾ ਬੇੜੀ ਕਾਰੀਗਰ ਹੈ, ਤੂੰ ਕਹਿੰਦੀ ਆ ਨਾ ਵੀ ਮੈਨੂੰ ਵੀ ਦੱਸੋ ਵੀ ਮੈਂ ਵੀ ਉਹਦੇ ਕੋਲੋਂ ਛੰਨ ਬਣਾਉਣੀ ਹੈ, ਉਹ ਜਿਹੜਾ ਬੇੜੀ ਕਾਰੀਗਰ ਹੈ ਉਹ ਦਿੱਤਾ ਨਹੀਂ ਜਾ ਸਕਦਾ, ਮੈਂ ਨਹੀਂ ਉਸ ਨੂੰ ਤੇਰੇ ਪਾਸ ਭੇਜ ਸਕਦਾ। ਕਿਉਂ, ਦੇਖ ਬੇੜੀ ਰਹਿਓ ਸਮਾਈ। ਉਹ ਜਿਹੜਾ ਬੇੜੀ ਅਕਾਲ ਪੁਰਖ ਹੈ ਉਹੀ ਅਸਲੀ ਤਰਖਾਣ ਹੈ, ਉਹੀ ਕਾਰੀਗਰ ਹੈ, ਉਹ ਤੇ ਸਭ ਥਾਵਾਂ ਤੇ ਸਮਾ ਰਿਹਾ ਹੈ। ਜਿਹੜਾ ਸਭ ਥਾਵਾਂ ਤੇ ਵਸ ਰਿਹਾ ਹੈ ਤੇ ਫਿਰ ਉਹਨੂੰ ਮੈਂ ਕਿਸੇ ਪਾਸੇ ਕਿਵੇਂ ਭੇਜ ਸਕਦਾ ਹਾਂ ਜਦੋਂ ਪਹਿਲਾਂ ਹੀ ਉੱਥੇ ਮੌਜੂਦ ਹੈ। ਹਮਾਰਾ ਬੇੜੀ ਪ੍ਰਾਣ ਆਧਾਰਾ। ਭਗਤ ਜੀ ਕਹਿੰਦੇ ਨੇ ਉਹ ਬੇੜੀ ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਪ੍ਰਾਣਾਂ ਦਾ ਆਸਰਾ ਹੈ ਤੇ ਮੈਂ ਉਸਦੇ ਨਾਲ ਬੜਾ ਪਿਆਰ ਕਰਦਾ ਹਾਂ। ਇਸ ਲਈ ਉਹ ਬੇੜੀ ਅਕਾਲ ਪੁਰਖ ਹੀ ਹੈ ਜਿਸਨੇ ਮੇਰੀ ਇਹ ਛੰਨ ਤਿਆਰ ਕੀਤੀ ਹੈ। ਲੋ ਹੁਣ ਆਰੰਭ ਦੇ ਵਿੱਚ ਜੋ ਕੁਛ ਉਸ ਗੁਆਂਢਣ ਦੇ ਨਾਲ ਵਾਰਤਾਲਾਪ ਹੋਇਆ ਉਹਨੂੰ ਭਗਤ ਜੀ ਬਿਆਨ ਕਰ ਰਹੇ ਹਨ। ਘਰ ਚੌਥਾ ਸੋਰਠ, ਚੌਥੇ ਘਰ ਸੁਰ ਤਾਲ ਦੇ ਵਿੱਚ ਤੇ ਸੋਠ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ। ਲੋ ਕਿਵੇਂ ਵਾਰਤਾਲਾਪ ਹੋਇਆ ਗੁਆਂਢਣ ਦੇ ਨਾਲ ਭਗਤ ਨਾਮਦੇਵ ਜੀ ਦਾ, ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ। ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਛਾਨ ਛਵਾਈ ਹੋ। ਪਾੜ ਪੜੋਸਣ, ਪਾੜ ਦਾ ਅਰਥ ਹੈ ਵੀ ਪਾਸ, ਨੇੜੇ ਰਹਿਣ ਵਾਲੀ, ਪੜੋਸਣ ਇੱਕ ਗੁਆਂਢਣ। ਉਹ ਆ ਕੇ ਨਾਮਦੇਵ ਜੀ ਨੂੰ ਪੁੱਛਦੀ ਹੈ, ਕਾ ਪਹਿਛਾਨ ਛਵਾਈ ਹੋ। ਹੇ ਨਾਮਦੇਵ ਜੀ, ਹੇ ਭਗਤ ਜੀ, ਤੁਸੀਂ ਇਹ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ, ਕਿਹਦੇ ਪਾਸੋਂ ਇਹ ਤੁਸੀਂ ਛੰਨ ਆਪਣੀ ਬਣਵਾਈ ਹੈ। ਤੋ ਪਹਿ ਦੁਗਣੀ ਮਜੂਰੀ ਦੇਹੋ, ਮੋਕੋ ਬੇੜੀ ਦੇਹੋ
ਬਤਾਈ ਹੋ। ਲੋ ਗਵੰਡਨ ਕਹਿਣ ਲੱਗੀ, ਭਗਤ ਜੀ ਮੈਂ ਤੁਹਾਡੇ ਨਾਲੋਂ ਦੁੱਗਣੀ ਵੀ ਮਜ਼ਦੂਰੀ ਉਸ ਨੂੰ ਦੇ ਦੇਵਾਂਗੀ, ਦੁੱਗਣੀ ਮਿਹਨਤ ਵੀ ਉਸ ਨੂੰ ਦੇ ਦੇਵਾਂਗੀ, ਪਰ ਮੈਨੂੰ ਤੁਸੀਂ ਉਸ ਬੇਡੀ ਕਾਰੀਗਰ ਬਾਰੇ ਦੱਸ ਦੇਵੋ ਤਾਂ ਕਿ ਮੈਂ ਵੀ ਤੁਹਾਡੇ ਵਰਗੀ ਸੋਹਣੀ ਛੰਨ ਤਿਆਰ ਕਰਵਾ ਲਵਾਂ। ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪੁਰਾਣੇ ਆਧਾਰਾ ਰਹਾਓ। ਲੋ ਭਗਤ ਜੀ ਉਸ ਗਵਾਂਢਣ ਨੂੰ ਕਹਿੰਦੇ ਨੇ, ਰੀ ਬਾਈ ਬੇਡੀ ਦੇਣ ਨਾ ਜਾਈ, ਹੇ ਬਾਈ, ਹੇ ਇਸਤਰੀ, ਹੇ ਬੀਬੀ, ਉਹ ਬੇਡੀ ਜੋ ਕਾਰੀਗਰ ਹੈ ਉਹ ਹੈ ਅਕਾਲ ਪੁਰਖ ਵਾਹਿਗੁਰੂ ਆਪ, ਉਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਦੇਖ ਬੇਡੀ ਰਹੇ ਸਮਾਈ, ਹਾਂ ਜੇ ਤੂੰ ਉਸ ਦੇ ਦੀਦਾਰ ਕਰਨਾ ਚਾਹੁੰਦੀ ਹੈ, ਉਹ ਸਭ ਥਾਵਾਂ ਤੇ ਹੀ ਵਸ ਰਿਹਾ ਹੈ, ਉਹਦੇ ਵਿਆਪਕ ਰੂਪ ਦੇ ਵਿੱਚ ਦਰਸ਼ਨ ਕਰ। ਹਮਾਰਾ ਬੇਡੀ ਪ੍ਰਾਣ ਆਧਾਰਾ, ਉਹ ਬੇਡੀ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਪ੍ਰਾਣਾਂ ਦਾ ਆਸਰਾ ਬਣਿਆ ਹੋਇਆ ਹੈ। ਬੇਡੀ ਪ੍ਰੀਤ ਮਜੂਰੀ ਮੰਗੈ, ਜੋ ਕੋ ਛਾਨ ਛਵਾਵੈ ਹੋ। ਰਹਾਉ ਵਿਸਰਾਮ ਦੇ ਕੇ ਗਵਾਂਢਣ ਨੇ ਆਖਿਆ ਸੀ ਨਾ, ਤੋ ਪੈ ਦੁੱਗਣੀ ਮਜੂਰੀ ਦੈਹੂੰ, ਮੈਂ ਤੁਹਾਡੇ ਨਾਲੋਂ ਦੁੱਗਣੀ ਮਜ਼ਦੂਰੀ ਵੀ ਦੇ ਦੇਵਾਂਗੀ, ਮੈਂ ਲੇਬਰ ਦੁੱਗਣੀ ਵੀ ਦੇ ਦੇਵਾਂਗੀ। ਪਰ ਭਗਤ ਜੀ ਕਹਿੰਦੇ ਨੇ ਬੇਡੀ ਪ੍ਰੀਤ ਮਜੂਰੀ ਮੰਗੇ, ਜਿਹੜਾ ਉਹ ਸਾਡਾ ਬੇਡੀ ਕਾਰੀਗਰ ਤਰਖਾਣ ਅਕਾਲ ਪੁਰਖ ਵਾਹਿਗੁਰੂ ਹੈ ਔਰ ਉਹ ਤੇ ਪ੍ਰੀਤੀ ਦੀ ਮਜ਼ਦੂਰੀ ਮੰਗਦਾ ਹੈ। ਗੋਬਿੰਦ ਪਾਓ ਭਗਤ ਦਾ ਭੁੱਖਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਨੂੰ ਪ੍ਰੇਮ ਕਰਨ ਵਾਲਾ ਹੀ ਮਿਲ ਸਕਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਜੋ ਕੋ ਸ਼ਾਨ ਸ਼ਵਾਵੈ ਹੋ, ਹੇ ਭਾਈ ਜੇ ਕੋਈ ਆਪਣੀ ਛੰਨ ਤਿਆਰ ਕਰਵਾਉਣੀ ਚਾਹੁੰਦਾ ਹੈ ਤੇ ਫਿਰ ਉਸ ਬੇਡੀ ਅਕਾਲ ਪੁਰਖ ਵਾਹਿਗੁਰੂ ਨੂੰ ਹੋਰ ਕੋਈ ਵੀ ਭੇਟਾ, ਕੋਈ ਵੀ ਮਜ਼ਦੂਰੀ ਪ੍ਰਵਾਨ ਨਹੀਂ ਹੈ। ਤੁਸੀਂ ਉਹਦੇ ਨਾਲ ਪ੍ਰੇਮ ਕਰੋ, ਪ੍ਰੀਤ ਕਰੋ, ਉਹ ਪ੍ਰੀਤ ਦੀ ਮਜ਼ਦੂਰੀ ਹੀ ਮੰਗਦਾ ਹੈ। ਤੇ ਜਿਹੜੇ ਉਸ ਦੇ ਨਾਲ ਪਿਆਰ ਕਰਦੇ ਹਨ ਤੇ ਫਿਰ ਉਹਨਾਂ ਦੇ ਸਾਰੇ ਕੰਮ ਵਾਹਿਗੁਰੂ ਆਪ ਆ ਕੇ ਸਵਾਰਦਾ ਹੈ। ਲੋਗ ਕੁਟੰਬ ਸਭੋ ਤੇ ਤੋਰੈ, ਤੋ ਆਪਨ ਬੇਡੀ ਆਵੈ ਹੋ। ਲੋ ਭਗਤ ਜੀ ਕਹਿੰਦੇ ਨੇ, ਜੇ ਤੂੰ ਆਖੇ ਵੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਕਿੱਥੋਂ ਭਾਲ ਕੇ ਲਿਆਈਏ, ਉਹਨੂੰ ਕਿਧਰੇ ਵੀ ਨਹੀਂ ਭਾਲ ਕੇ ਲੱਭਿਆ ਜਾ ਸਕਦਾ। ਤੇ ਜੇ ਤੁਸੀਂ ਉਸ ਬੇਡੀ ਨੂੰ ਮਿਲਣਾ ਚਾਹੁੰਦੇ ਹੋ, ਫਿਰ ਆਹ ਤਰੀਕਾ ਹੈ, ਲੋਗ ਕੁਟੰਬ ਸਭਹੂ ਤੇ ਤੋਰੇ। ਲੋਗ ਦਾ ਅਰਥ ਹੈ ਜਿਤਨਾ ਵੀ ਲੋਕ ਸੰਸਾਰ ਹੈ ਤੇ ਜਿਤਨਾ ਪਰਿਵਾਰ ਹੈ। ਜਿਹੜਾ ਮਨੁੱਖ ਆਪਣੇ ਸੰਸਾਰ ਨਾਲੋਂ ਤੇ ਪਰਿਵਾਰ ਨਾਲੋਂ ਆਪਣੀ ਪ੍ਰੀਤੀ ਸਾਰਿਆਂ ਨਾਲੋਂ ਤੋੜ ਲੈਂਦਾ ਹੈ ਤੇ ਉਸ ਵਾਹਿਗੁਰੂ ਨਾਲ ਪ੍ਰੇਮ ਕਰਨ ਲੱਗ ਜਾਂਦਾ ਹੈ, ਤਾਂ ਉਹ ਆਪਣ ਬੇਡੀ ਆਵੈ ਹੋ। ਹੇ ਭਾਈ, ਫਿਰ ਉਹ ਬੇਡੀ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਆ ਜਾਂਦਾ, ਕਿਉਂਕਿ ਉਹ ਬੁੱਲੇ ਨੇ ਆਖਿਆ ਸੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਜਿੰਨਾ ਚਿਰ ਤੱਕ ਸਾਡਾ ਸੰਸਾਰ ਨਾਲ ਤੇ ਪਰਿਵਾਰ ਦੇ ਨਾਲ ਮੋਹ ਹੈ, ਉਨਾ ਚਿਰ ਤੱਕ ਪਰਮਾਤਮਾ ਨਹੀਂ ਮਿਲ ਸਕਦਾ। ਜਦੋਂ ਸਾਰਿਆਂ ਦਾ ਮੋਹ ਟੁੱਟ ਜਾਵੇ ਤੇ ਕੇਵਲ ਵਾਹਿਗੁਰੂ ਦੇ ਨਾਲ ਹੀ ਪ੍ਰੇਮ ਬਣ ਜਾਵੇ ਤੇ ਫਿਰ ਉਹ ਆਪਣੇ ਆਪ ਹੀ ਆ ਜਾਂਦਾ ਹੈ। ਐਸੋ ਬੇਡੀ ਬਰਨ ਨ ਸਾਕੋ, ਸਭ ਅੰਤਰ ਸਭ ਠਾਈ ਹੋ। ਤੇ ਫਿਰ ਭਗਤ ਜੀ ਨੂੰ ਗਵਾਂਢਣ ਕਹਿਣ ਲੱਗੀ, ਮਹਾਰਾਜ ਮੈਨੂੰ ਦੱਸੋ ਤਾਂ ਸਹੀ ਉਹ ਹੈ ਕਿੱਥੇ। ਤਾਂ ਭਗਤ ਜੀ ਕਹਿੰਦੇ ਨੇ ਆਪਣੀ ਗਵਾਂਢਣ ਨੂੰ ਕਿ ਐ ਬੀਬੀ, ਐ ਮਾਈ, ਉਹ ਬੇਡੀ ਜੋ ਅਕਾਲ ਪੁਰਖ ਹੈ ਉਹਦੀ ਮਹਿਮਾ ਕਥਨ ਤੋਂ ਬਾਹਰ ਹੈ, ਮੈਂ ਉਹਦੀ ਤਾਰੀਫ ਕਰ ਹੀ ਨਹੀਂ ਸਕਦਾ। ਐਸੋ ਬੇਡੀ ਬਰਨ ਨਾ ਸਕੂੰ, ਮੇਰੇ ਕੋਲ ਸ਼ਬਦ ਹੀ ਨਹੀਂ, ਮੇਰੇ ਕੋਲੇ ਜ਼ੁਬਾਨ ਹੀ ਨਹੀਂ, ਤੇ ਮੈਂ ਉਸ ਬੇਡੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਵਰਣਨ ਨਹੀਂ ਕਰ ਸਕਦਾ। ਸਭ ਅੰਤਰ ਸਭ ਠਾਈ ਹੋ, ਉਹ ਸਭ ਥਾਵਾਂ ਦੇ ਅੰਦਰ ਵੀ ਤੇ ਸਭ ਥਾਵਾਂ ਦੇ ਬਾਹਰ ਵੀ ਉਹ ਵਸ ਰਿਹਾ ਹੈ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੁੱਛੇ ਕਹਿਣ ਨ ਜਾਈ ਹੋ। ਫਿਰ ਉਹ ਗਵਾਂਢਣ ਕਹਿਣ ਲੱਗੀ, ਮਹਾਰਾਜ ਕੁਝ ਨਾ ਕੁਝ ਸਾਨੂੰ ਦੱਸੋ ਤਾਂ ਸਹੀ ਉਸ ਵਾਹਿਗੁਰੂ ਪਰਮੇਸ਼ਰ ਬਾਰੇ। ਤਾਂ ਭਗਤ ਜੀ ਕਹਿੰਦੇ ਨੇ, ਜਿਵੇਂ ਕਿਸੇ ਗੂੰਗੇ ਆਦਮੀ ਨੇ ਕੋਈ ਬਹੁਤ ਹੀ ਅੰਮ੍ਰਿਤ ਵਰਗਾ ਮਿੱਠਾ ਰਸ ਚਖ ਲਿਆ ਹੋਵੇ ਤੇ ਉਹਨੂੰ ਕੋਈ ਜਾ ਕੇ ਪੁੱਛੇ, ਭਾਈ ਕਿੰਨਾ ਕੁ ਸਵਾਦ ਲੱਗਿਆ, ਕਹਿਣ ਨਾ ਜਾਈ ਹੋ, ਉਸ ਦੇ ਬਾਰੇ ਕੁਛ ਨਹੀਂ ਦੱਸ ਸਕਦਾ। ਭਗਤ ਕਬੀਰ ਜੀ ਨੇ ਵੀ ਆਖਿਆ ਸੀ, ਕਹੋ ਕਬੀਰ ਗੂੰਗੇ ਗੁੜ ਖਾਇਆ,
ਪੁੱਛੇ ਤੇ ਕਿਆ ਕਹੀਐ। ਤੇ ਭਗਤ ਨਾਮਦੇਵ ਜੀ ਵੀ ਉਹੀ ਗੱਲ ਆਖਦੇ ਨੇ, ਜਿਵੇਂ ਗੂੰਗੇ ਨੇ ਬਹੁਤ ਮਿੱਠਾ ਅੰਮ੍ਰਿਤ ਰਸ ਛਕਿਆ ਹੋਵੇ, ਜੇ ਕੋਈ ਪੁੱਛੇ ਉਹਦੇ ਬਾਰੇ ਉਹ ਕੁਛ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋਏ ਨੇ, ਉਹ ਵੀ ਉਹਦੇ ਬਾਰੇ ਕੁਛ ਨਹੀਂ ਦੱਸ ਸਕਦੇ। ਬੇੜੀ ਕੇ ਗੁਣ ਸੁਨਰੀ ਬਾਈ, ਜਲਦ ਬਾਂਧ ਧਰੂ ਥਾਪਿਓ ਹੋ। ਤੇ ਫਿਰ ਇਹ ਗੁਆਂਢਣ ਕਹਿਣ ਲੱਗੀ, ਮਹਾਰਾਜ ਕੁਝ ਨਾ ਕੁਝ ਵਾਹਿਗੁਰੂ ਦੇ ਗੁਣ ਤਾਂ ਮੈਨੂੰ ਦੱਸੋ। ਤਾਂ ਭਗਤ ਜੀ ਕਹਿੰਦੇ ਨੇ, ਬੇੜੀ ਕੇ ਗੁਣ ਸੁਣ ਰੀ ਬਾਈ, ਹੇ ਬਾਈ, ਹੇ ਬੀਬੀ, ਹੇ ਭੈਣ, ਉਸ ਬੇੜੀ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਕੁਝ ਗੁਣ ਤੈਨੂੰ ਦੱਸਦੇ ਹਾਂ, ਤੂੰ ਧਿਆਨ ਦੇ ਨਾਲ ਸੁਣ। ਜਲਦ ਬਾਂਧ ਧਰੂ ਥਾਪਿਓ ਹੋ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਲੰਕਾ ਨੂੰ ਜਾਣਾ ਸੀ ਰਾਮਚੰਦਰ ਜੀ ਨੇ, ਤਾਂ ਉਸ ਵੇਲੇ ਜਲ ਦਾ ਅਰਥ ਹੈ ਸਮੁੰਦਰ, ਵੀ ਉਸ ਵੇਲੇ ਸਮੁੰਦਰ ਤੇ ਪੁਲ ਬੰਨਿਆ ਸੀ। ਉਹ ਦੱਸਦੇ ਨੇ ਹੁਣ ਵੀ ਜਿੱਥੇ ਉਹ ਇੱਕ ਰਾਮੇਸ਼ਵਰ ਅਸਥਾਨ ਹੈ, ਔਰ ਉੱਥੇ ਰਾਮਚੰਦਰ ਜੀ ਗਏ ਤੇ ਉਥੋਂ ਲੰਕਾ ਵਿੱਚ ਜਾਣ ਦੇ ਲਈ ਉਹਨਾਂ ਨੇ ਪੁਲ ਬੰਨਿਆ ਸੀ। ਇਹ ਇੱਕ ਪੁਰਾਣਾ ਇਤਿਹਾਸ ਹੈ। ਲੋ ਭਗਤ ਨਾਮਦੇਵ ਜੀ ਹੁਣ ਉਸ ਨਿਰਗੁਣ ਸਰੂਪ ਦੇ ਵਿੱਚ ਤਾਂ ਕੋਈ ਗੁਣ ਐਸੇ ਨਜ਼ਰ ਆ ਨਹੀਂ ਸਕਦੇ, ਪਰ ਹੁਣ ਇੱਥੇ ਕੁਝ ਉਹ ਉਦਾਹਰਣ ਦਿੱਤੀ ਹੈ ਜਿਨ੍ਹਾਂ ਨੂੰ ਲੋਕਾਂ ਨੇ ਵੀ ਉਸ ਪਰਮੇਸ਼ਰ ਦਾ ਸਰਗੁਣ ਸਰੂਪ ਮੰਨਿਆ ਸੀ। ਕਿਉਂਕਿ ਹਿੰਦੂ ਲੋਕ ਰਾਮਚੰਦਰ ਨੂੰ ਵੀ ਭਗਵਾਨ ਦਾ ਨਾਮ ਦਿੰਦੇ ਹਨ, ਜਿਹੜੇ ਰਾਮਚੰਦਰ ਦੇ ਉਪਾਸ਼ਕ ਨੇ। ਤੇ ਭਗਤ ਨਾਮਦੇਵ ਜੀ ਵੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ। ਇਸੇ ਲਈ ਹੁਣ ਜਦੋਂ ਨਿਰਗੁਣ ਸਰੂਪ ਦਾ ਗਿਆਨ ਹੋ ਗਿਆ, ਕਿਉਂਕਿ ਪਿੱਛੇ ਭਗਤ ਜੀ ਕਹਿ ਚੁੱਕੇ ਨੇ, ਐਸੋ ਬੇੜੀ ਵਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਉਹ ਪਰਮੇਸ਼ਰ ਸਰਵ ਵਿਆਪਕ ਹੈ, ਪਰ ਫੇਰ ਵੀ ਹੁਣ ਗੁਣ ਤਾਂ ਸਰਗੁਣ ਸਰੂਪ ਦੇ ਹੀ ਦੱਸੇ ਜਾ ਸਕਦੇ ਸਨ। ਤੇ ਭਗਤ ਜੀ ਕਹਿੰਦੇ ਨੇ, ਉਸ ਬੇੜੀ ਦੇ ਸਰਗੁਣ ਸਰੂਪ ਦੇ ਗੁਣ ਸੁਣੋ। ਤੇ ਉਸਨੇ ਵੇਖ ਲੋ ਸਮੁੰਦਰ ਤੇ ਪੁਲ ਬੰਨਿਆ ਸੀ ਤੇ ਧਰੂ ਥਾਪਿਓ ਹੋ। ਤੇ ਜਿਹੜਾ ਧਰੂ ਭਗਤ ਸੀ ਉਹਨੂੰ ਅਮਰ ਤੇ ਅਟਲ ਪਦਵੀ ਤੇ ਸਥਾਪਨ ਕੀਤਾ ਸੀ, ਤੇ ਧਰੂ ਭਗਤ ਸਤਯੁਗ ਦੇ ਵਿੱਚ ਹੋਇਆ। ਇਸ ਲਈ ਉਸ ਵਾਹਿਗੁਰੂ ਪਰਮੇਸ਼ਰ ਨੇ ਐਸੇ ਕੌਤਕ ਕੀਤੇ ਸਨ, ਸਮੁੰਦਰ ਤੋਂ ਪੁਲ ਬੰਨਿਆ ਤੇ ਧਰੂ ਭਗਤ ਨੂੰ ਅਮਰ ਤੇ ਅਟਲ ਪਦਵੀ ਤੇ ਸਥਾਪਨ ਕੀਤਾ ਸੀ। ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭਵੀਖਣ ਆਪਿਓ ਹੋ। ਲੋ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਨਾਮਦੇਵ ਦੇ ਸੁਆਮੀ ਜੀ ਨੇ ਤੇ ਸੀ ਬਹੋਰੀ, ਜਦੋਂ ਰਾਵਣ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ ਤੇ ਆਪਣੀ ਉਸ ਪਤਨੀ ਸੀਤਾ ਨੂੰ ਮੋੜ ਕੇ ਫਿਰ ਲਿਆਂਦਾ। ਲੰਕ ਭਵੀਖਣ ਆਪਿਓ ਹੋ। ਤੇ ਜਿਹੜੀ ਲੰਕਾ ਸੀ ਉਹ ਰਾਵਣ ਦੇ ਭਰਾ ਭਵੀਖਣ ਨੂੰ ਹੀ ਆਪਿਓ ਹੋ ਦਾ ਅਰਥ ਅਰਪਣ ਕਰ ਦਿੱਤੀ। ਲੰਕਾ ਦਾ ਰਾਜ ਭਵੀਖਣ ਨੂੰ ਦੇ ਕੇ ਆ ਗਏ। ਜੇ ਚਾਹੁੰਦੇ ਤਾਂ ਰਾਮਚੰਦਰ ਜੀ ਖੁਦ ਵੀ ਲੰਕਾ ਦਾ ਰਾਜ ਸੰਭਾਲ ਸਕਦੇ ਸਨ, ਜਾਂ ਕਿਸੇ ਆਪਣੇ ਹੋਰ ਜਾਨਸ਼ੀਨ ਨੂੰ ਵੀ ਸੰਭਾਲ ਸਕਦੇ ਸਨ, ਪਰ ਨਹੀਂ, ਉਹਨਾਂ ਦੇ ਮਨ ਦੇ ਵਿੱਚ ਕੋਈ ਐਸਾ ਲਾਲਚ ਨਹੀਂ ਸੀ। ਇਸੇ ਲਈ ਇਹ ਗੁਣ ਨੇ ਨਾ, ਵੀ ਦੇਖ ਲੋ ਰਾਮਚੰਦਰ ਜੀ ਨੇ ਪਹਿਲਾਂ ਸਮੁੰਦਰ ਤੋਂ ਪੁਲ ਬੰਨਿਆ, ਤੇ ਫੇਰ ਵੇਖ ਲੋ ਧਰੂ ਭਗਤ ਨੂੰ ਵਾਹਿਗੁਰੂ ਪਰਮੇਸ਼ਰ ਨੇ ਅਮਰ ਤੇ ਅਟਲ ਪਦਵੀ ਪ੍ਰਦਾਨ ਕੀਤੀ, ਤੇ ਫੇਰ ਸੀਤਾ ਨੂੰ ਚੁਰਾ ਕੇ ਰਾਵਣ ਲੈ ਗਿਆ, ਉਹਨੂੰ ਫੇਰ ਮੋੜ ਕੇ ਲਿਆਂਦਾ, ਤੇ ਫੇਰ ਲੰਕਾ ਦਾ ਰਾਜ ਉਹਦੇ ਭਰਾ ਨੂੰ ਹੀ ਅਰਪਣ ਕਰ ਦਿੱਤਾ। ਤੇ ਜਾਂ ਆਪਿਓ ਹੋ ਦਾ ਦੂਜਾ ਅਰਥ ਇਉਂ ਵੀ ਕੀਤਾ ਹੈ, ਲੰਕ ਭਵੀਖਣ ਆਪਿਓ ਹੋ, ਵੀ ਜਿਹੜੀ ਲੰਕਾ ਸੀ ਉਹ ਭਵੀਖਣ ਨੂੰ ਆਪਿਓ ਹੋ ਆਪਣੀ ਮਲਕੀਅਤ ਬਣਾ ਦਿੱਤੀ। ਭਵੀਖਣ ਦੀ ਆਪਣੀ ਮਲਕੀਅਤ ਬਣਾਉਣ ਤੋਂ ਮੁਰਾਦ ਹੈ ਲੰਕਾ ਦਾ ਰਾਜ ਤੇ ਸਾਰਾ ਹੀ ਕੰਟਰੋਲ ਭਵੀਖਣ ਨੂੰ ਅਰਪਣ ਕਰ ਦਿੱਤਾ ਸੀ। ਆਪਿਓ ਹੋ ਮਹਾਂਪੁਰਖ ਆਪਿਓ ਹੋ ਦਾ ਅਰਥ ਵੀ ਅਰਪਣ ਕਰ ਦਿੱਤਾ, ਇਹ ਅਰਥ ਕਰਦੇ ਸਨ। ਤੇ ਨਵੇਂ ਕੁਛ ਵਿਦਵਾਨਾਂ ਨੇ ਆਪਿਓ ਹੋ ਦਾ ਅਰਥ ਕੀਤਾ ਵੀ ਉਸਦੀ ਆਪਣੀ ਬਣਾ ਦਿੱਤੀ, ਇਉਂ ਵੀ ਕੀਤਾ ਹੈ। ਸੋ ਰਹੋ ਵਿਚਾਰ ਇਸ ਸ਼ਬਦ ਦੇ ਅੰਦਰ, ਜਿਵੇਂ ਕਿ ਭਗਤ ਨਾਮਦੇਵ ਜੀ ਨੇ ਗੁਆਂਢਣ ਦੇ ਨਾਲ ਵਾਰਤਾਲਾਪ ਹੋਇਆ, ਉਹਦੇ ਬਾਰੇ ਬੜੇ ਸੋਹਣੇ ਢੰਗ ਦੇ ਨਾਲ ਜ਼ਿਕਰ ਕੀਤਾ ਹੈ। ਪਰ ਅੰਤਰੀ ਭਾਵ ਦੇ ਵਿੱਚ ਮਹਾਂਪੁਰਖ ਇਹਦਾ ਅਰਥ ਇਉਂ ਵੀ ਕਰਦੇ ਸਨ ਵੀ ਉਹ ਸ਼ਨ ਹੈ ਭਗਤੀ ਦੀ। ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਛਾਨ ਛੁਵਾਈ ਹੋ, ਵੀ ਜਿਹੜੀ ਨਾਲ ਦੇ ਗੁਆਂਢੀ ਭਾਵ ਹੋਰ ਜਿਹੜੇ ਜਗਿਆਸੂ ਸਾਧਕ
ਸਤਸੰਗੀ ਪੁਰਸ਼ ਨੇ। ਉਹ ਭਗਤ ਨਾਮਦੇਵ ਜੀ ਨੂੰ ਜਾ ਕੇ ਪੁੱਛਦੇ ਨੇ, ਤੁਸੀਂ ਇਹ ਜਿਹੜੀ ਭਗਤੀ ਦੀ ਸ਼ਨ ਹੈ ਇਹ ਕਿਹਦੇ ਪਾਸੋਂ ਬਣਾਈ ਹੈ, ਕਿਹਦੇ ਪਾਸੋਂ ਤਿਆਰ ਕਰਵਾਈ ਹੈ? ਤੇ ਉੱਥੇ ਸ਼ਨ ਦਾ ਅਰਥ ਭਗਤੀ ਵੀ ਕੀਤਾ ਹੈ। ਤੇ ਬੇਡੀ ਦਾ ਅਰਥ ਅਕਾਲ ਪੁਰਖ ਹੈ, ਉਹ ਤੇ ਪਹਿਲਾਂ ਤੁਸੀਂ ਸੁਣ ਚੁੱਕੇ ਹੋ। ਤੇ ਦੂਸਰੇ ਨੰਬਰ ਤੇ ਜਿਹੜੇ ਅਖੀਰਲੀਆਂ ਪੰਕਤੀਆਂ ਨੇ, ਬੇਡੀ ਕੇ ਗੁਣ ਸੁਣਰੀ ਬਾਈ ਜਲਦ ਬਨ ਤਰੂ ਥਾਪਿਓ ਹੋ। ਇਹਦਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਸਨ ਵੀ ਵੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਸਰਗੁਣ ਸਰੂਪ ਧਾਰਨ ਕਰਕੇ ਇਹ ਆਪਣੇ ਸਿੱਖੀ ਸਿਧਾਂਤ ਦੇ ਅਨੁਸਾਰ ਅਰਥ ਕਰਦੇ ਸਨ ਵੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ ਜਲਦ ਬਾਂਧ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੀ ਸਿਫਤ ਸਲਾਹ ਦਾ ਪੁਲ ਬੰਨ੍ਹ ਦਿੱਤਾ। ਭਾਵ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਭਗਤੀ ਦੀ ਐਸੀ ਦਾਤ ਬਖਸ਼ਿਸ਼ ਕੀਤੀ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਜਿਹਦੀ ਓਟ ਲੈ ਕੇ ਭਵਸਾਗਰ ਤੋਂ ਪਾਰ ਹੋ ਸਕਦੇ ਹਾਂ। ਤੇ ਧਰੂ ਥਾਪਿਓ ਹੋ, ਧਰੂ ਦਾ ਅਰਥ ਹੈ ਅਟਲ। ਤੇ ਜਿਹੜੇ ਅਟਲ ਨਿਸ਼ਚੇ ਵਾਲੇ ਭਗਤ ਸਨ ਤੇ ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਤੁਰਿਆ ਪਾਤ ਤੇ ਸੱਚਖੰਡ ਦੇ ਵਿੱਚ ਉਹਨਾਂ ਨੂੰ ਹਮੇਸ਼ਾ ਲਈ ਬਿਰਾਜਮਾਨ ਕਰ ਦਿੱਤਾ। ਨਾਮੇ ਕੇ ਸੁਆਮੀ ਸੀਪ ਹੋਰੀ, ਲੋ ਭਗਤ ਨਾਮਦੇਵ ਜੀ ਆਖਦੇ ਨੇ, ਤੇ ਫਿਰ ਉਹ ਸਾਡੇ ਮਾਲਕ ਸਤਿਗੁਰੂ ਨੇ ਸੀਪ ਹੋਰੀ, ਜਿਹੜੀ ਇਹ ਸ਼ਾਂਤੀ ਰੂਪੀ ਸੀਤਾ ਸੀ, ਆਤਮਕ ਸ਼ਾਂਤੀ, ਇਹ ਸਾਡੇ ਅੰਦਰੋਂ ਨਿਕਲ ਗਈ ਸੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਉਹ ਸ਼ਾਂਤੀ ਮੁੜ ਲਿਆ ਕੇ ਬਹਾਲ ਕੀਤੀ। ਲੰਘ ਭਪੀਖਣ ਆਪਿਓ ਹੋ, ਜਿਹੜੇ ਭੈ ਨੂੰ ਖੰਡ ਧਾਰਨ ਕਰਨ ਵਾਲੇ ਭਗਤ ਸਨ ਵੀ ਉਹਨਾਂ ਨੂੰ, ਉਹਨਾਂ ਭਗਤਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੰਕਾ ਦੇ ਵਾਂਗ ਜਿਹੜੀ ਇਹ ਸਰੀਰ ਰੂਪੀ ਲੰਕਾ ਸੀ ਤੇ ਉਹ ਸਾਰੀ ਉਹਨਾਂ ਦੇ ਹਵਾਲੇ ਕਰ ਦਿੱਤੀ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਫਤ ਸਲਾਹ ਦਾ ਅਥਵਾ ਨਾਮ ਦਾ ਪੁਲ ਬੰਨਿਆ ਤੇ ਜਿਹੜੇ ਅਟਲ ਨਿਸ਼ਚੇ ਵਾਲੇ ਗੁਰਸਿੱਖ ਸਨ ਉਹਨਾਂ ਨੂੰ ਅਟਲ ਪਦਵੀ ਤੇ ਸਥਾਪਨ ਕੀਤਾ। ਤੇ ਜਿਹੜੇ ਆਤਮਕ ਸ਼ਾਂਤੀ ਰੂਪੀ ਸੀਤਾ ਸੀ ਮੁੜ ਉਸ ਨੂੰ ਬਹੋਰੀ ਬਹਾਲ ਕੀਤਾ। ਤੇ ਭੈ ਨੂੰ ਧਾਰਨ ਕਰਨ ਵਾਲੇ ਭਗਤਾਂ ਨੂੰ ਤੇ ਗੁਰੂ ਮਹਾਰਾਜ ਨੇ ਲੰਕਾ ਦਾ ਰਾਜ ਹੀ ਅਰਪਣ ਕਰ ਦਿੱਤਾ। ਭਾਵ ਸਾਰਾ ਕੁਝ, ਸਾਰੀ ਸ੍ਰਿਸ਼ਟੀ ਉਹਨਾਂ ਦੇ ਹਵਾਲੇ ਕਰ ਦਿੱਤੀ। ਇਉਂ ਵੀ ਕੁਛ ਅੰਤਰੀ ਭਾਵ ਮਹਾਂਪੁਰਖ ਪ੍ਰਗਟ ਕਰਦੇ ਸਨ।